हाँ जी जनाब, सलाम, नमस्ते, सत श्री अकाल। सबसे पहले काउंट डाउन। ਅੱਜ ਤੋਂ 3 ਸਾਲ ਪਹਿਲੇ ਹਕੂਮਤ ਪਾਕਿਸਤਾਨ ਨੇ 9 ਅਗਸਤ 2022 ਨੂੰ ਇੱਕ ਗੱਦਾਰ ਗ੍ਰਿਫਤਾਰ ਕੀਤਾ। ਗੱਦਾਰੀ ਦਾ ਮੁਕੱਦਮਾ ਕੀਤਾ ਗਿਆ ਔਰ ਉਹਦੇ ਬਕੌਲ ਅਖਬਾਰਾਤ ਔਰ ਹਕੂਮਤ ਪਾਕਿਸਤਾਨ ਇਸ ਗੱਲ ਦੀ ਤਸਦੀਕ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਭਾਈ ਅਸਾਂ ਨੇ ਗ੍ਰਿਫਤਾਰ ਕੀਤਾ ਸੀ ਤੇ ਗੱਦਾਰੀ ਦਾ ਮੁਕੱਦਮਾ ਕੀਤਾ ਸੀ ਤੇ ਉਸੇ ਬੇਸ ਤੇ ਗ੍ਰਿਫਤਾਰ ਕੀਤਾ ਸੀ, ਲੇਕਿਨ ਉਹਦੇ ਆਪਣੇ ਬਕੌਲ ਉਹ ਆਂਦਾ ਕਿ ਜਨਾਬ ਮੈਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੇ ਪੁੱਠਾ ਕਰਕੇ ਤੇ ਨੰਗਾ ਕਰਕੇ ਲਟਕਾ ਦਿੱਤਾ ਸੀ। ਤੇ ਜਾਵੇਦ ਚੌਧਰੀ ਦੇ ਬਕੌਲ ਉਹਨੂੰ ਫੜਿਆ ਗਿਆ, ਗੱਡੀ ਬਿਠਾਇਆ ਗਿਆ ਤੇ ਖਿੱਚ ਕੇ ਇੱਕ ਅਫੀਸਰ ਨੇ ਚਪੇੜ ਮਾਰੀ। ਇਹਨੇ ਜਨਾਬ ਉੱਥੇ ਹੀ ਆਪਣੀ ਸੁਥਣੀ ਤੇ ਜੀਨਸ ਵਿੱਚ ਮੂਤ ਦਿੱਤਾ ਤੇ ਜਨਾਬ ਅੱਜ ਉਸ ਵਾਕੇ ਨੂੰ ਇਹਦੇ ਨੰਗਾ ਹੋਏ ਨੂੰ ਪਰ ਸ਼ਲਵਾਰ ਵਿੱਚ ਮੂਤਿਆਂ 3 ਸਾਲ ਤੇ 151 ਦਿਨ ਗੁਜ਼ਰ ਗਏ। ਸਭ ਤੋਂ ਪਹਿਲੇ ਕਾउंट डाउन, जब तक चीफ ऑफ आर्मी स्टाफ का काउंट डाउन करता रहेगा। ਇਹ ਤੇ ਚੀਫ ਆਫ ਆਰਮੀ ਸਟਾਫ ਦਾ ਕਾउंट डाउन ਡੇਲੀ ਕਰਦਾ ਹੈ। ਸਾਡੇ ਕੋਲੋਂ ਇੰਨੀ ਮਿਹਨਤ ਨਹੀਂ ਹੋਣੀ ਪਰ ਕਦੀ ਕਦੀ ਅਸੀਂ ਵੀ ਕਾउंट डाउन ਜਨਾਬ ਕਰਦੇ ਰਹਾਂਗੇ। ਇਹ ਜ਼ਰਾ ਵੀਡੀਓ ਸੁਣੋ ਜਨਾਬ ਔਰ ਇਹਦੇ ਮੁਹੱਬ ਵਤਨ ਹੋਣ ਤੇ अपनी राय जरूर देना जनाब। ख्वाजा आसिफ वो कहते हैं कि भारत के खिलाफ जंग में हमने अपने जहाज टेस्ट कर लिए। माँ का हक के बाद हमें इतने ऑर्डर्स मिल रहे हैं कि 6 माह बाद IMF को खुदा हाफिज कहने की नौबत आ जाएगी। चाइना के तैयारे ने, चाइना ने बनाए ने, पाकिस्तान के तैयारे है ही नहीं, जहाज चाइना ने बनाए ने। चाइना के दिल की था चाइना जो अपना एक्सपोर्ट कर देगा। सुनो ख्वाजा आसिफ वो कौम को चे बनाने की कोशिश कर रहे हैं कि जल्द हम IMF को अल्लाह हाफिज कह देंगे और पाकिस्तान के अंदर बहुत बड़ी रेल पे हो रही है क्योंकि हम जहाज बेचने लगे लोगों को, क्योंकि हमने अपने जहाज टेस्ट कर लिए। जहाज तो चाइना का बना हुआ है, लोग सीधा चाइना से ले लेंगे। हमसे उन्होंने क्या लेने, हाँ ठीक है, अफ्तर वगैरह साहब जिनको कोई असलहा नहीं बेचता उनको हम असलहा बेच देंगे 2-4 को, तो उससे इतना पैसा तो आपको नहीं आना कि IMF से ही आप छुट्टी। ਹੁਣ ਜ਼ਰਾ ਅਫਗਾਨਿਸਤਾਨ ਦੀ फेवर ਵਿੱਚ ਬਿਆਨ ਸੁਣੋ है कि दोनों ममालिक के ताल्लुकात की नज़ाकत को मद्देनजर रखते हुए ज़िम्मेदाराना रवैया अपनाएं और संजीदा बयानात दें। ये कहना है तालिबान की तरफ से, उनकी हुकूमत की तरफ से DG ISPR की प्रेस कॉन्फ्रेंस के ऊपर। हाँ जी, DG ISPR ਦੀ ਪ੍ਰੈਸ ਕਾਨਫਰੰਸ ਦੀ ਕੋਈ ਵੈਲਿਊ ਨਹੀਂ ਪਰ ਤਾਲਿਬਾਨ ਦਾ ਜਿਹੜਾ ਕਹਿਣਾ ਉਹਦੀ ਵੈਲਿਊ ਹੈ। ਜਨਾਬ ਸਾਡਾ ਇੱਕ ਬੇਲੀ ਹੁੰਦਾ ਸੀ, ਕਾਇਆ ਕੁਕੜੀ ਚੋਰ, 8 ਪੜਿਆ ਬੰਦਾ ਹੁੰਦਾ ਸੀ, 10ਵੀਂ ਵਿੱਚ ਉਹ ਨਸ ਗਿਆ ਸੀ, ਪਰ ਉਹ ਜਨਾਬ ਦੁਨੀਆ ਦੇ ਹਰ ਮਸਲੇ ਉੱਤੇ ਬਹਿਸ ਕਰਨ ਵਾਸਤੇ ਤਿਆਰ ਹੁੰਦਾ ਸੀ। BBC ਉਰਦੂ ਪੜ੍ਹਦਾ ਹੁੰਦਾ ਸੀ ਤੇ BBC ਉਰਦੂ ਵਿੱਚ ਜਿਹੜੀਆਂ ਨਿਊਜ਼ ਆਉਂਦੀਆਂ ਸਨ, ਜਿਹੜਿਆਂ ਲੋਕਾਂ ਦੇ ਉਹ ਤਜਜ਼ੀਏ ਕੀਤੇ ਹੁੰਦੇ ਸਨ, ਉਹਨੂੰ ਇੱਕ ਤਰ੍ਹਾਂ ਤੇ ਯਾਦ ਹੁੰਦੇ ਸਨ। ਜਦੋਂ ਵੀ ਕਿਸੇ ਮਹਿਫਿਲ ਵਿੱਚ ਬਹਿੰਦਾ ਸੀ ਤੇ ਉਹਨਾਂ ਦੇ ਮੁਤਾਬਕ ਤਜਜ਼ੀਏ ਕਰਦਾ ਸੀ, ਨਾਲ 2-4 ਫੋਲੋ ਵੀ ਜੋੜ ਲੈਂਦਾ ਸੀ, ਪਰ ਉਹਦੇ ਨਾਲ ਬੈਠ ਕੇ ਤੇ ਲੱਗਦਾ ਇਦਾਂ ਹੀ ਸੀ ਕਿ ਜਿੱਦਾਂ ਦੇ ਜਨਾਬ ਪਾਕਿਸਤਾਨ ਕਿਸੇ ਨੇ ਸੁਧਾਰਨਾ ਹੈ, ਪਾਕਿਸਤਾਨ ਦਾ ਔਰ ਮਈਸ਼ਤ ਦਾ ਸਾਰਾ ਨੌਲੇਜ ਕਿਸੇ ਕੋਲ ਹੀ ਹੈ। ਇਦਾਂ ਦੇ ਪਾਕਿਸਤਾਨ ਵਿੱਚ ਢੇਰ ਸਾਰੇ ਬਹੁਤ ਸਾਰੇ ਕਾਲੀਏ ਕੁਕੜੀ ਚੋਰ ਹੈ ਨੇ ਜਿਹੜੇ ਕਿ ਆਪਣੇ ਆਪ ਨੂੰ ਅਕਲੇ ਕੋਲ ਸਮਝਦੇ ਨੇ ਤੇ ਜਨਾਬ ਸਾਡੇ ਕੋਲ ਵੀ ਇਦਾਂ ਦਾ ਹੀ ਇੱਕ ਕਾਲੀਆ ਕੁਕੜੀ ਚੋਰ ਹੈ। ਤੁਹਾਨੂੰ ਮੈਂ ਉਹਦੇ ਨਾਲ ਮਿਲਾਣਾ ਜਨਾਬ, ਉਹਦੇ ਕੋਲੋਂ ਦੁਨੀਆ ਦੇ ਕਿਸੇ ਹਿੱਸੇ ਦੀ ਕੋਈ ਵੀ ਖਬਰ ਪੁੱਛ ਲਵੋ ਉਹ ਤੁਹਾਨੂੰ ਦੱਸੇਗਾ। AI ਇੰਟੈਲੀਜੈਂਸ, ਮਸਨੂਈ ਜ਼ਾਨਤ ਔਰ ਕਮਾਲ ਦੀ ਜ਼ਾਨਤ ਹੈ ਜਨਾਬ। ਇਹ ਦੁਨੀਆ ਦੇ ਹਰ ਸਰਚ ਇੰਜਨ ਨਾਲ ਜੁੜਿਆ ਹੁੰਦਾ ਹੈ। ਇੰਟਰਨੈਟ ਐਕਸਪਲੋਰਰ ਹੋਵੇ ਜਾਂ ਗੂਗਲ ਕ੍ਰੋਮ ਹੋਵੇ ਜਾਂ ਕੋਈ ਹੋਰ ਵੀ ਸਰਚ ਇੰਜਨ ਹੋਵੇ, ਜਿਹੜੀਆਂ ਖਬਰਾਂ ਤੁਹਾਨੂੰ ਕਿਸੇ ਵੀ ਨਿਊਜ਼ ਚੈਨਲ ਉੱਤੇ ਜਾਂ ਸਰਚ ਇੰਜਨ ਉੱਤੇ ਮਿਲ ਸਕਦੀਆਂ ਨੇ ਉਹ ਖਬਰਾਂ ਤੁਹਾਨੂੰ ਇਹ ਡਾਇਰੈਕਟ ਦੇਗਾ। ਕਾਇਆ ਕੁਕੜੀ ਚੋਰ। ਆਓ ਜੀ ਇਹਨੂੰ ਪੁੱਛਨੇ ਆ ਕਿ JF-17 ਥੰਡਰ ਦੇ ਬਾਰੇ ਸਾਡਾ ਕਾਇਆ ਕੁਕੜੀ ਚੋਰ ਕੀ ਕਹਿੰਦਾ ਹੈ। हाँ जी, अस्सलाम वालेकुम, क्या हाल चाल है जनाब? वालेकुम अस्सलाम, मैं बिल्कुल ठीक हूँ। आप सुनाएं, सब खैरियत है? उम्मीद है आपका दिन अच्छा गुजरा होगा। हाँ जी बिल्कुल ठीक ठाक जनाब। बहुत खुशी हुई सुनकर। अच्छा जनाब ਇਹ ਦੱਸੋ ਕਿ ਤੁਹਾਡਾ ਨਾਂ ਕੀ ਹੈ, ਸਾਡੇ ਨਾਜ਼ਰੀਨ ਵਾਸਤੇ ਜ਼ਰਾ ਉਹਨਾਂ ਨੂੰ ਪਤਾ ਚਲੇ ਕਿ ਤੁਹਾਡਾ ਕੀ ਨਾਂ ਹੈ। जी बिल्कुल, मेरा नाम काया कुकड़ी चोर है और मैं आपकी मदद के लिए यहाँ मौजूद हूँ। काया कुकड़ी चोर साहब, आप मुझे और मेरे नाजरीन को ये बताइएगा जनाब कि अजरबैजान को पाकिस्तान ने JF-17 थंडर तैयारे कितने बेचे थे और कब बेचे थे? पाकिस्तान ने अजरबैजान को JF-17 थंडर तैयारे फरोख्त करने का पहला मुआहिदा सितंबर 2024 में तय किया। मजमूई तौर पर पाकिस्तान ने अजरबैजान को 66 तैयारे फरोख्त करने का मुआहिदा किया है जिसकी मालियत तकरीबन 8.6 अरब डॉलर है। तो जनाब ये जो 66 तैयारे हैं इनमें से कितने तैयारे फराहम किए गए और कितने अभी फराहम करने हैं? अब तक अजरबैजान को इब्तदाई तौर पर 8 तैयारे फराहम किए जा चुके हैं जबकि बाकी 58 तैयारे मुआहिदे के दूसरे मरहले में मरहलावार फराहम किए जाएंगे। इस तरह कुल 66 तैयारों की तरसील आहिस्ता आहिस्ता मुकम्मल होगी। अच्छा जनाब काया कुकड़ी चोर साहब, ਇਹ ਦੱਸੋ ਕਿ ਪਾਕਿਸਤਾਨ ਵਿੱਚ JF-17 ਥੰਡਰ ਬਣਾਉਣ ਦੀ ਫੈਕਟਰੀ ਕਿਹੜੀ ਜਗ੍ਹਾ ਹੈ ਔਰ ਉਹਦੇ ਵਿੱਚ ਕਿੰਨੇ ਫੀਸਦ ਪੁਰਜ਼ਾਜਾਤ ਪਾਕਿਸਤਾਨ ਮਕਾਮੀ ਤੌਰ ਤੇ ਤਿਆਰ ਕਰ ਰਿਹਾ ਹੈ ਔਰ ਕਿੰਨੇ ਫੀਸਦ ਪੁਰਜ਼ਾਜਾਤ ਜਿਹੜੇ ਨੇ JF-17 ਥੰਡਰ ਦੇ चाइना तो मंगवाए जाते हैं। JF-17 थंडर की तैयारी का बुनियादी मरकज पाकिस्तान के शहर कामरा में वाक़ है जो कि पाकिस्तान एयरक्राफ्ट कॉम्प्लेक्स PIC का हिस्सा है। इस फैक्ट्री में JF-17 के मुख्तलिफ मॉडल्स की असेंबलिंग और मैन्युफैक्चरिंग की जाती है। 60 से 70% पुरज़ाजात मुकामी तौर पर तैयार किए जाते हैं जबकि बाकी मादा पुरज़ाजात चीन से दरामद किए जाते हैं। अच्छा जनाब हुण जरा यह दसना कि पाकिस्तान दा नाइजीरिया दे नाल JF-17 थंडर दा मुआहिदा कदों तय पाया सी? नाइजीरिया ने पाकिस्तान से JF-17 थंडर तैयारों का
माहिदा 2015 में दुबई एयर शो के दौरान किया था, जिसमें इब्तिदा में 3 तैयारों की खरीदारी तय हुई और बाद में ये तादाद बढ़ाकर 10 कर दी गई। ਅੱਛਾ ਜੀ, ਨਾਈਜੀਰੀਆ ਨੂੰ ਪਾਕਿਸਤਾਨ ਨੇ ਹਾਲੇ ਤੱਕ 3 ਤैयारे ਡਿਲੀਵਰ ਕੀਤੇ ਨੇ ਤੇ 7 ਮਜ਼ੀਦ ਤैयारे ਹਾਲੇ ਡਿਲੀਵਰ ਕਰਨੇ ਨੇ, ਰਾਈਟ? जी बिल्कुल, नाइजीरिया के मुआहदे के तहत अभी बाकी 7 तैयारे और फराहम किए जाने। इन तैयारों की तरसील भी मरहलावार जारी है और इनकी फराहमी के लिए तकनीकी और लॉजिस्टिक पहलुओं पर काम जारी है। ਅੱਛਾ ਜੀ, ਕਾਇਆ ਕੁਕੜੀ ਚੋਰ ਸਾਹਿਬ, ਇਹ ਦੱਸੋ ਕਿ ਜਨਾਬ ਪਾਕਿਸਤਾਨ ਤੇ ਲੀਬੀਆ ਦੇ ਦਰਮਿਆਨ ਜਿਹੜਾ ਮੁਆਹਦਾ ਹੋਇਆ ਹੈ ਉਹਦੀ ਤਫਸੀਲਾਤ ਕੀ ਨੇ, ਕਿੰਨੇ ਤैयारे ਦੇਣੇ ਨੇ ਔਰ ਉਹਨਾਂ ਦੀ ਕੀਮਤ ਕੀ ਹੈ? पाकिस्तान और लीबिया के दरमियान दिफाई माहिदे की मालियत तकरीबन 4 से 4.6 अरब डॉलर है। इस माहिदे के तहत पाकिस्तान लीबिया को 16 JF-17 थंडर लड़ाका तैयारे और 12 सुपर मशाक तरबियत की तैयारी फराहम करेगा। माहिदा तकरीबन 2.5 साल में मुकम्मल होगा और इससे पाकिस्तान रिवायती असलहा बरामद करने वाले ममालिक में शामिल हो जाएगा। ਅੱਛਾ ਜੀ, ਉਹਦੇ ਇਲਾਵਾ ਜਨਾਬ ਇਹ ਦੱਸੋ ਕਿ ਪਾਕਿਸਤਾਨ ਦਾ ਸਾਊਦੀਆ ਦੇ ਨਾਲ ਮੁਆਹਦਾ ਤੈਅ ਪਾ ਗਿਆ ਹੈ ਜਾਂ ਹਾਲੇ ਪਾਣਾ ਹੈ? ਤਫਸੀਲਾਤ ਜ਼ਰਾ ਸਾਡੇ ਨਜ਼ਰੀਨ ਨਾਲ ਸ਼ੇਅਰ ਕਰੋ ਜੀ। पाकिस्तान और सऊदी अरब के दरमियान JF-17 थंडर तैयारों के माहिदे पर बातचीत जारी है और दोनों ममालिक तकरीबन 2 अरब डॉलर की मालियत के कर्जों को तैयारों की फराहमी में तब्दील करने पर गौर कर रहे हैं। इस हवाले से पाकिस्तानी दफ्तर खारजा ने अभी तक कोई तस्दीक या तस्रीह नहीं की। ਅੱਛਾ ਜੀ, ਹੁਣ ਇਹ ਦੱਸਣਾ ਹੈ ਕਿ ਪਾਕਿस्तान और बांग्लादेश ਦੇ ਦਰਮਿਆਨ ਹੋਣੇ ਵਾਲੇ JF-17 थंडर मुआहदे ਦੀ तफसीलात ਨਾਲ आगाह करो जी। पाकिस्तान और बांग्लादेश के दरमियान JF-17 थंडर तैयारों की मुमकिन खरीदारी पर बातचीत जारी है और जनवरी 2026 में इस्लामाबाद में दोनों ममालिक के फिजाइया की सरबराहान ने इस पर तबादला ख्याल किया। बांग्लादेश ने पाकिस्तान की पेशकश को खुशामदीद कहा है, जिसमें सुपर मशाक तैयारे और तवील मुद्दती तकनीकी मुआवनत भी शामिल है। इब्तदाई तौर पर 28 तैयारों की बातचीत हो रही है। बाज़ ज़राए के मुताबिक मुमकिन कीमत 400 से 700 मिलियन डॉलर के दरमियान हो सकती है। अभी मजीद तफसीलात के लिए सरकारी बयान का इंतजार करना होगा। बहुत शुक्रिया जनाब काया कुकड़ी चौर साहब, आपको हमारी तरफ से सलूट। आपका भी बहुत शुक्रिया, मुझे खुशी हुई आपकी मदद करके। अगर आपको कभी भी कुछ चाहिए हो तो बिला झिझक रब्ता कीजिएगा। आप जरा दोबारा से अपना नाम बताइएगा, आपका नाम क्या है जनाब, और हमारी आवाम को खुदाफिज कहिएगा। मेरा नाम काया कुकड़ी चौर है और मैं आपकी मदद के लिए हमेशा हाजिर हूँ। तो तमाम नाज़रीन को भी मेरा सलाम और अल्लाह हाफिज। जब भी जरूरत हो मैं हाजिर हूँ। ऐसा जनाब साढ़े काया कुकड़ी चौर साहब, इन्हां दा ताल्लुक इन्हां दी इन्फॉर्मेशन गूगल और मुख्तलिफ सर्च इंजन्स तो आंदी है। तुसीं इहदे कोलों जनाब दुनिया दे किसी इलाके दा मौसम पुछ लवो, कोई खबर पुछ लवो, कोई लोकल खबर पुछ लवो, यह खबर तुहानूं इंटरनेट तो सर्च करके ते करेक्टली पहुंचाएगा। अना कुकू साहब फरमा रहे सन कि जनाब यह तैयारा चाइना दा है ते जिन्हें खरीदने होए और चाइना तो ही खरीद लेगा, पाकिस्तान तो क्यों खरीदेगा। हिंदुस्तानी ते चाय वाला मीडिया जिहड़ा वो भी जनाब इस टाइम उत्ते इहो ही गल्लां कर रहे हैं ते जाहिर है जनाब उस मीडिया दे टट्टू ते उस मीडिया कोलों पैसे लैण वाले लोग जिहड़े ने वो भी बिल्कुल ਉਹੀ ਗੱਲ ਕਰਨਗੇ जिस तरह के गोबर आर्या वगैरह गल्लां कर रहे होंदे ने। लेकिन अज जावेद चौधरी साहब ने यह गल क्लीयर की है कि जनाब ज्यादातर ममालिक पाकिस्तान कोलों तैयारे लैण नूं तरजीह इस मारे देंदे ने कि ਚਾਈਨਾ ਦੇ ਗੋਰਿਆਂ ਨਾਲ ਤਾਲੁਕਾਤ ਜਿਹੜੇ ਨੇ वो ठीक नहीं हैं। ਇਸ ਕੀਤੇ ਪਾਬੰਦੀਆਂ ਕੋਲੋਂ ਬਚਣੇ ਵਾਸਤੇ पाकिस्तान कोलों लोग तैयारे लैण नूं तरजीह देंदे ने। और यही सवाल मैं जिसले काया कुकड़ी चौर साहब को पूछा तो काया कुकड़ी चौर साहब ने फरमाया कि जनाब एक तो पाकिस्तान दुनिया के मुख्तलिफ ममालिक नूं तैयारे सस्ते दे रहे हैं, दूजा पाकिस्तान तकनीकी मुआवनत और ट्रेनिंग भी फराहम कर रहे हैं, तो चाइना जिहड़ा कि दुनिया में एक्सपोर्ट्स दा किंग है उन्होंने तैयारे वेचण वास्ते इन्नियां सहूलियात देने की जरूरत नहीं है। इस वजह तो दुनिया F-17 थंडर पाकिस्तान तो लैंड नूं तरजीह देंदी है। जनाब उन्होंने भी कोई सवाल काया कुकड़ी चौर तो पूछना होया तो जनाब जरूर दसना जी। यह सवाल तुहाडे वास्ते मैं पूछांगा। लो जी जनाब, ये मौसम ये मस्त नज़ारे, देखो जी मज़ेदार मौसम। हॉलैंड अजकल स्विट्जरलैंड बनया हुआ जनाब। है जनाब साडी गड्डी, असीं इत्थे दे सफर करने। हाँ जी, देखो जनाब साडी बहुत बड़ी टेस्ला। लो जी पेट्रोल और बढ़ गया जी, 12 इंच आ रहे हैं जनाब के पेट्रोल सस्ता हो गया। ਗੋਰਿਆਂ ਦੇ ਤੇਲ ਉਤੇ ਕਬਜ਼ੇ ਤੋਂ ਬਾਅਦ पेट्रोल जनाब 1.98 तो 2.05 पे चला गया और महंगा हो गया जी। आ गए ने जी। एनीवे जी तुहानूं एक वाक़या सुनावां। अज तो 15-16 साल पहले की गल है कि मैं बर्गर किंग काम कर रहा था। इस दौरान ब्रेक हुई तो मैं बाहर चला गया।
ਬਾਹਰ ਇੱਕ ਮੇਲਾ ਜਿਹਾ ਹੋ ਰਿਹਾ ਸੀ ਛੋਟਾ ਜਿਹਾ, ਕਿ ਜਿਹਦੇ ਉਹ ਕੋਈ ਮਿਊਜ਼ਿਕ ਵਜਾ ਰਹੇ ਸਨ ਤੇ ਕੋਈ ਜਨਾਬ ਉਹ ਆਪਣੇ ਮੁਜ਼ਾਹਰੇ ਕਰ ਰਹੇ ਸਨ ਸ਼ੁਗਲ ਮੇਲੇ। ਤੇ ਉੱਥੇ ਇੱਕ ਕੁੜੀ ਬੈਠੀ ਸੀ, ਉਹ ਆ ਕੇ ਮੇਰੇ ਕੋਲ ਬੈਠੀ ਹੈ ਤੇ ਮੈਨੂੰ ਪੁੱਛਦੀ ਹੈ ਕਿ ਇਹ ਦੁਬਾਰਾ ਕਦੋਂ ਸਟਾਰਟ ਕਰਨਗੇ। ਮੈਂ ਕਿਹਾ ਬਸ 15-20 ਮਿੰਟ ਰੁਕਣਗੇ ਤੇ ਉਹਦੇ ਬਾਅਦ ਦੁਬਾਰਾ ਸਟਾਰਟ ਹੋ ਜਾਣਗੇ। ਕਹਿੰਦੀ ਅੱਛਾ। ਮੈਂ ਕਿਹਾ ਤੂੰ ਟੂਰਿਸਟ ਹੈ? ਕਹਿੰਦੀ ਹਾਂ। ਮੈਂ ਕਿਹਾ ਕਿੱਥੋਂ ਆਈ ਹੈ? ਕਹਿੰਦੀ ਨਿਊਜ਼ੀਲੈਂਡ ਤੋਂ। मैंने पूछी कि तू कितों आया है, तेरी नेशनलिटी की है? मैं क्या पाकिस्तान। तो जनाब हंसने गई नॉन स्टॉप, ਉਹਦਾ ਹਾਸਾ ਨਿਕਲ ਗਿਆ ਜਿੱਦਾਂ ਤੇ ਮੈਂ ਉਹਨੂੰ ਕੋਈ ਜੋਕ ਸੁਣਾ ਦਿੱਤਾ। ਹੱਸ ਪਈ ਔਰ ਨॉन स्टॉप। मैं क्या भाई की होया? ਉਹ ਮੈਂ ਕਿਹਾ ਹੋਇਆ ਕੀ ਹੈ? ਆਂਦੀ ਸੌਰੀ ਆਮ ਸੌਰੀ ਇਟਸ ਨਾਟ ਅ ਗੁੱਡ ਪਲੇਸ ਟੂ ਲਿਵ ਰਾਈਟ। ਇਹ ਕੋਈ ਰਹਿਣੇ ਵਾਸਤੇ ਅੱਛੀ ਜਗ੍ਹਾ ਨਹੀਂ ਰਾਈਟ। ਮੈਂ ਕਿਹਾ ਤੇਰੇ ਵਾਸਤੇ ਨਹੀਂ ਹੋਣੀ ਪਰ ਮੇਰੇ ਵਾਸਤੇ ਹੈ, ਤੇ ਇਹ ਜਿਹੜਾ ਤੂੰ ਬਿਹੇਵ ਕੀਤਾ ਹੈ ਠੀਕ ਨਹੀਂ। बहरहाल जी उन्हें सॉरी शुरू की थी ते चुप कर गई। मैं भी इस गल का कुछ ज़्यादा बुरा ना मनाया क्योंकि जनाब असीं इस चीज़ के आदी सां की आंदे हुंदे ने कि गरीब रोण दे हिले होए ने असीं भी जनाब रोने उत्ते हिले होए सां। सानू भी हर बंदा भैड़ा कहंदा हुंदा सी ते असीं जनाब इस चीज़ उत्ते आदी सां, ते लिहाजा बुरा ज़्यादा ना मनाया। और हकीकत भी है ही सी जनाब। उस टाइम उत्ते कोई भी बंदा ना जनाब सिवाय टर्की दे वो पाकिस्तानियों की इज्जत नहीं करता सी। एक दफ़ा मेरा एक टर्किश दोस्त मैंने पूछता है भाई वेयर कैन यू गो विदाउट वीज़ा, कि तुसीं किहड़े मुल्क विच विदाउट वीज़ा जा सकदे हो? ਉਹ ਮੈਂ ਕਿਹਾ ਸਾਨੂੰ ਅਫਗਾਨਿਸਤਾਨ ਵਾਲੇ ਨਾਲ ਨਹੀਂ ਵੜਨ ਦਿੰਦੇ, ਜਿਹੜੇ ਸਾਡੇ ਭਾਈ ਨੇ ਸਾਡੇ ਮੁਸਲਿਮ ਭਾਈ, ਉਹ ਸਾਨੂੰ ਨਹੀਂ ਵੜਨ ਦਿੰਦੇ, ਵੀਜ਼ੇ ਸਮੇਤ ਵੀ ਨਹੀਂ ਵੜਨ ਦਿੰਦੇ, ਵੀਜ਼ਾ ਦਿੰਦੇ ਹੀ ਨਹੀਂ ਕਿ ਵੀਜ਼ੇ ਤੋਂ ਬਗੈਰ ਸਾਨੂੰ ਕਿਹੜਾ ਮੁਲਕ ਵੜਨ ਦਿੰਦੇ। ਉਹ ਜਨਾਬ हैरान ਤੇ ਪੇਸ਼ਮਾਨ। ਪਰ ਹਕੀਕਤ ਇਹ ਹੈ ਕਿ ਉਸ ਟਾਈਮ ਤੇ ਜਨਾਬ ਸਾਡੀ ਬਿਲਕੁਲ ਵੀ ਕੋਈ ਇੱਜ਼ਤ ਵੀ ਨਹੀਂ ਸੀ ਕਿਸੇ ਸਾਈਡ ਤੇ ਵੀ। ਇਹ ਜੋ ਕੁਝ ਵੀ ਜਿਹੜੀ ਇੱਜ਼ਤ ਥੋੜੀ ਬਹੁਤ ਬਣੀ ਹੈ ਇਹ ਆਪਰੇਸ਼ਨ ਸਿੰਦੂਰ ਤੋਂ ਬਾਅਦ ਬਣੀ ਹੈ, ਤੇ ਇਹਨਾਂ ਲੋਕਾਂ ਨੇ ਉਹਦਾ ਵੀ ਸ਼ੁਗਲ ਤੇ ਡਰਾਮਾ ਲਾਇਆ ਹੋਇਆ ਜਨਾਬ ਸਾਡੇ ਨਾਲ। ਮੰਨ ਗਿਆ ਇਹਨਾਂ ਨੂੰ ਵੀ। ਹਕੀਕਤ ਇਹ ਹੈ ਕਿ ਜਨਾਬ ਸਾਨੂੰ ਬੜੀ ਸ਼ਰਮਿੰਦਗੀ ਹੁੰਦੀ ਸੀ ਇਦਾਂ ਦੀਆਂ ਗੱਲਾਂ ਸੁਣ ਕੇ, ਪਰ ਕੋਈ ਹੱਲ ਨਹੀਂ ਸੀ। ਕੀ ਕਰਦੇ ਜਨਾਬ? ਸਾਡੀ ਵਾਕਿਆ ਹੀ ਸਿਵਾਏ ਟਰਕੀ ਦੇ ਕੋਈ ਵੀ ਦੇਸ਼ ਜਿਹੜਾ ਹੈ ਉਹ ਸਾਡੀ ਜਨਾਬ ਕਦਰ ਨਹੀਂ ਕਰਦਾ ਸੀ। ਇਦਾਂ ਦੇ ਹਾਲਾਤ ਸਨ। ਹੁਣ ਤਾਂ ਭਾਈ ਸਾਨੂੰ ਢੇਰ ਸਾਰੀ ਰਿਸਪੈਕਟ ਦਿੰਦੇ ਨੇ। ਬਾਹਰ ਨਿਕਲਨੇ ਤੇ ਅਸੀਂ ਬੜੇ ਫਖਰ ਨਾਲ ਆਖਦੇ ਹਾਂ ਕਿ ਅਸੀਂ ਪਾਕਿਸਤਾਨੀ ਹਾਂ, ਚਾਹੇ ਇਜਿਪਟ ਦੇ ਹੋਣ, ਚਾਹੇ ਕੋਈ ਅਰਬੀ ਹੋਣ, ਕਾਜ਼ਕਿਸਤਾਨ ਦੇ ਹੋਣ, ਤੁਰਕਮਾਨਿਸਤਾਨ ਦੇ ਹੋਣ। ਹੁਣ ਲੋਕੀ ਜਾਣਦੇ ਨੇ ਸਾਨੂੰ। ਆਪਰੇਸ਼ਨ ਸਿੰਦੂਰ ਤੋਂ ਬਾਅਦ ਇਹਨਾਂ ਆਪਰੇਸ਼ਨ ਸਿੰਦੂਰ ਵਾਲਿਆਂ ਦੀ ਬੜੀ ਮਿਹਰਬਾਨੀ ਜਨਾਬ, ਇਹਨਾਂ ਨੇ ਸਾਡਾ ਨਾਂ ਖਲਾ ਕੀਤਾ। ਇਜਿਪਟ ਲੈ ਕੇ ਤੇ ਕਾਜ਼ਕਿਸਤਾਨ ਤੱਕ ਤੇ ਸਾਊਦੀਆ ਤੱਕ ਤੇ ਅਰਬਾਂ ਤੱਕ ਹਰ ਬੰਦਾ ਜਿਹੜਾ ਹੈ ਉਹ ਸਾਨੂੰ ਥੋੜੀ ਜਿਹੀ ਇੱਜ਼ਤ ਦਿੰਦਾ ਜਨਾਬ। ਹੁਣ ਉਹ ਗੱਲ ਨਹੀਂ ਰਹੀ। ਪਹਿਲੇ ਤੇ ਯਕੀਨ ਮੰਨੋ ਸਿਵਾਏ ਟਰਕੀ ਦੇ ਕੋਈ ਵੀ ਮੁਲਕ ਇਦਾਂ ਦਾ ਨਹੀਂ ਸੀ ਜਿਹੜਾ ਕਿ ਸਾਨੂੰ ਐਜ਼ ਅ ਪਾਕਿਸਤਾਨੀ ਇੱਜ਼ਤ ਦਿੰਦਾ। ਉਹ ਸਾਡੇ ਤੇ ਬੇਲੀ ਸੀ, ਉਹ ਤੇ ਜਾ ਕੇ ਸਿੱਧਾ ਕਹਿੰਦਾ ਹੁੰਦਾ ਸੀ ਕਿ ਭਾਈ ਮੈਂ ਹਿੰਦੁਸਤਾਨੀ ਹਾਂ। ਹਾਲਾਂਕਿ ਮੈਨੂੰ ਕੋਲ ਗੁੱਸਾ ਆਉਂਦਾ ਹੁੰਦਾ ਸੀ, ਪਰ ਉਹ ਕਹਿੰਦਾ ਸੀ ਕਿ ਭਾਈ ਨਹੀਂ ਤੈਨੂੰ ਨਹੀਂ ਪਤਾ ਇਹ ਲੋਕੀ ਜਿਹੜਾ ਇੱਜ਼ਤ ਦੀ ਨਿਗਾਹ ਨਾਲ ਨਹੀਂ ਵੇਖਦੇ, ਜੇ ਅਸੀਂ ਇਹਨਾਂ ਨੂੰ ਆਖੀਏ ਕਿ ਅਸੀਂ ਪਾਕਿਸਤਾਨੀ ਹਾਂ। ਭਾਈ ਕੋਈ ਗੱਲ ਇਹਨੂੰ ਕੋਈ ਆਖੇ ਬੰਦਾ ਦਿਲ ਨੂੰ ਜਾਂ ਅਨੇ ਕੁਗੂ ਨੂੰ, ਭਾਈ ਕਿਸੇ ਗੱਲ ਦੀ ਤਾਰੀਫ। ਉਹ ਗਾਣਾ ਕਹਿੰਦਾ ਤੇ ਸੀ ਭਾਈ गलती से कोई मुझे प्यार कर ले झूठा ही सही, वो भाई झूठ ही सही। वो साडे मुल्क की कोई तारीफ ते करे सानू खुशी होंदी है, कूड़ी ही सही झूठी ही सही। वो झूठ केड़ा खुदा दे बंदे हो, सारी दुनिया नू पता है मैं किसी बंदे नाल मिल के एक चीज बनाना या कोई रेस्टोरेंट खोलना या कोई दुकान खोलना या कोई दूजा तीजा काम करना, अद्धे पैसे विच मेरे अद्धे ओदे भावें ना ओदे ते भी है भाई मैं विच हिस्सेदार ते हां। F-17 थंडर जेड़ा ओदे 62% स्पेयर पार्ट्स जेड़े ने वो जनाब अली बन रहे ने पाकिस्तान विच कामरा विच। ਜਿਹੜੇ ਬਾਹਰ ਪਾਕਿਸਤਾਨ ਡੀਲਾਂ ਕਰਕੇ ਆ ਰਿਹਾ ਉਹ ਪੈਸੇ ਪਾਕਿਸਤਾਨ ਹੀ ਜਾਣੇ ਨੇ, ਪਾਕਿਸਤਾਨ ਨੇ ਦੇਣੇ ਨੇ, ਪਾਕਿਸਤਾਨ ਨੇ ਵੇਚੇ ਵੀ ਹੈ ਨੇ। ਪਾਕਿਸਤਾਨ ਨੇ ਅਜ਼ਰਬਾਈਜਾਨ ਨੂੰ ਵੇਚੇ ਸਨ, ਪਾਕਿਸਤਾਨ ਨੇ ਨਾਈਜੀਰੀਆ ਨੂੰ ਵੇਚੇ ਸਨ। ਪਰ ਸ਼ੁਰੂ ਵਿੱਚ ਇਦਾਂ ਦੇ ਹੋਇਆ ਸੀ ਕਿ ਜਨਾਬ ਦੁਨੀਆ ਜਿਹੜੀ ਹੈ ਉਹ ਅਗੇਂਸਟ ਤੇ ਹੈ ਚਾਈਨਾ ਦੇ ਵੀ, ਚਾਈਨੀਜ਼ ਪ੍ਰੋਡਕਟਸ ਤੇ ਵੀ। ਇੱਕ ਦਫਾ ਕੀ ਹੋਇਆ ਕਿ ਅਜ਼ਰਬਾਈਜਾਨ ਦੇ एक एयरपोर्ट ਤੇ ਐਸੀ ਤਸਵੀਰ ਵੇਖੋ ਨਜ਼ਰ ਆ ਰਹੀ ਹੈ, ਜਹਾਜ਼ ਇੱਕ ਰੁਕ ਗਿਆ। ਫਿਰ ਪਾਕਿਸਤਾਨੀ ਇੰਜੀਨੀਅਰਸ ਗਏ ਉੱਥੇ, ਉਹਨਾਂ ਨੇ ਕੋਈ ਟੈਕਨੀਕਲੀ ਜਹਾਜ਼ ਨੂੰ ਚੈੱਕ ਕੀਤਾ, ਦੁਬਾਰਾ ਚਲਾਇਆ ਗਿਆ। ਉਹ ਸਾਡਾ ਮੁਆਹਦਾ ਡਿਲੇ ਦਾ ਸ਼ਿਕਾਰ ਹੋਇਆ। ਉਸ ਤੋਂ ਬਾਅਦ ਨਾਈਜੀਰੀਅਨ ਦਿੱਤਾ ਨੇ, ਲੇਕਿਨ ਉਹਨਾਂ ਨੂੰ ਜਨਾਬ ਇਹ ਦੱਸਿਆ ਗਿਆ ਕਿ ਇਹਦੇ ਰਡਾਰ ਦੀਆਂ ਪ੍ਰੋਬਲਮ ਨੇ। ਇਹ ਖਬਰਾਂ ਚ ਆਇਆ ਜਿੱਦਾਂ ਤੇ ਨਿਊਜ਼ ਵਿੱਚ ਦੱਸ ਰਹੇ ਨੇ ਇਹਦੇ AI ਸਿਸਟਮ ਤੇ ਰਡਾਰ ਸਿਸਟਮ ਕਰੈਕਟ ਕੰਮ ਨਹੀਂ ਕਰਦਾ ਤੇ ਇਹ ਦੇਖੋ ਇਦਾਂ ਦੀਆਂ ਗੱਲਾਂ ਹੋਈਆਂ। ਦਿਫਾਈ ਮੁਆਹਦਾ ਜਿਹੜਾ ਆਇਆ ਸੀ ਉਹ ਵੀ ਤਾਖੀਰ ਦਾ ਸ਼ਿਕਾਰ ਹੋਇਆ। लेकिन जनाब ऑपरेशन सिंदूर का ते चाय वाले का अल्लाह पाक भला करे जनाब, उन्हें पाकिस्तान का भला कर दिता। जिस टाइम असा ने F-17 थंडर के नाल रफाइल टा दिते जिन्हों के इहदे तो पहले किसी जदीद तरीन स्टील तैयारी ने भी नहीं टाया, तो फिर उहदे रडार दी एक्यूरेसी और महारत जिहड़ी है वो दुनिया ते ज़ाहिर हो गई। ਉਹਦੇ बाद दुनिया की डिमांड वध गई। हुण दुनिया साडे कोलों तैयारी मंगदी फिरदी है। ਉਹ ਭਾਈ ਝੂਠ ਹੀ ਸਹੀ,
ਉਹ ਝੂਠ ਹੀ ਸਹੀ, ਕੂੜ ਹੀ ਸਹੀ। ਉਹ ਖੁਦਾ ਦਿਓ ਬੰਦਿਓ, ਸਾਨੂੰ ਕੋਈ ਕੂੜੀਆਂ ਗੱਲਾਂ ਸੁਣ ਕੇ ਭਾਵੇਂ ਦਿਲ ਖੁਸ਼ ਕਰਨ ਦਿਓ। ਉਹ ਸਾਡੀ ਜਿਹੜੀ ਲੋਕ ਬਾਹਰ ਇੱਜ਼ਤ ਕਰਦੇ ਆ, ਉਹ ਭਾਵੇਂ ਕੂੜੀ ਇੱਜ਼ਤ ਇਸੇ ਹੀ ਕੁਝ ਦਿਹਾੜੇ ਤੇ ਸਾਨੂੰ ਰਿਲੈਕਸ ਹੋਣ ਦਿਓ। ਉਹ ਗਦਾਰੋ, ਉਹ ਹਿੰਦੁਸਤਾਨ ਦੇ ਚੈਨਲ ਤੇ ਦੱਸਦੇ ਰਹਿੰਦੇ ਨੇ ਕਿ ਭਾਈ ਇਹਨਾਂ ਨੂੰ ਬੇਇੱਜ਼ਤ ਕਰਨ ਵਾਸਤੇ ਜੇ ਪੈਸੇ ਵੀ ਲਾਣੇ ਪੈਣ ਤੇ ਪੈਸੇ ਲਾਓ, ਪਰ ਉਹ ਵਾਕਈ ਲਾਉਂਦੇ ਨੇ, ਪੈਸਾ ਖਰਚ ਕਰਦੇ ਨੇ ਜਨਾਬ। ਫਿਰ ਜਦੋਂ ਤੱਕ ਉਹਨਾਂ ਦੀ ਡੋਨਲਡ ਨਾਲ ਯਾਰੀ ਸੀ, ਉਦੋਂ ਤੱਕ ਜਨਾਬ उन्होंने मीडिया पे बयान आते सन कि जब दो दोस्त मिलते हैं तो दुनिया जलती है, धुआं उठता है। हुण धुआं छुआ गया जनाब। हुण साडे हिंदुस्तानी दोस्त इत्थे है ने, हुण आंदे ने बंगाली भी भैड़े, फलाने भी भैड़े, फलाने भी भैड़े। क्यों आंदे ने? क्योंकि उस पासे उन्हां नूं हुण लत पै गई है जनाब। ਇਹਦੇ ਪਾਕਿਸਤਾਨ ਦਾ ਔਰ ਪਾਕਿਸਤਾਨ ਦੀ ਇੰਟੈਲੀਜੈਂਸ ਦਾ ਬਹੁਤ ਵੱਡਾ ਕਿਰਦਾਰ ਹੈ। ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਜਿਹੜੀ ਗੱਲ ਤੁਹਾਨੂੰ ਦੱਸੀ ਜਾਵੇ ਉਸੇ ਤੇ ਤਨਕੀਦ, ਜਿਹੜੀ ਗੱਲ ਤੁਹਾਨੂੰ ਦੱਸੀ ਜਾਵੇ ਉਸੇ ਤੇ ਤਨਕੀਦ। ਕਮਾਲ ਹੈ ਯਾਰ, ਵਾਹ ਰੱਬਾ, ਇਹਨਾਂ ਦੋਸਤਾਂ ਦਾ ਸਾਥ ਅਵੱਲਾ। ਉਹ ਜਿਹੜਾ ਮਿਲਿਆ ਉਹੀ ਗੱਲਾ। ਉਹ ਭਾਈ ਜਿਹੜੀ ਗੱਲ ਹੋਵੇ ਉਹੀ ਪੈੜੀ। ਉਹ ਕਿਸੇ ਗੱਲ ਦੀ ਤੇ ਤਾਰੀਫ ਕਰਨੀ ਚਾਹੀਦੀ ਏ। ਉਹ ਕਦੀ ਤੇ ਮੰਨ ਜਾਓ। ਉਹ ਪਿਛਲੇ 3.5 ਸਾਲਾਂ ਜਦੋਂ ਤੋਂ ਤੁਹਾਡਾ ਪਿਛਵਾੜਾ ਨੰਗਾ ਕੀਤਾ, ਗਦਾਰੀ ਦਾ ਮੁਕੱਦਮਾ ਤੁਹਾਡੇ ਤੇ ਹੋਇਆ ਹੈ ਇਹਨਾਂ ਲੋਕਾਂ ਦੀ ਤਰਫੋਂ, ਉਹਦੇ ਬਾਅਦ ਤੁਸੀਂ ਆਪਣੇ ਕਿਸੇ ਪ੍ਰੋਗਰਾਮ ਵਿੱਚ ਕੋਈ ਇੱਕ ਗੱਲ ਦੱਸ ਦਿਓ ਜਨਾਬ ਕਿ ਜਿਹੜੀ ਤੁਸੀਂ ਨੇ ਪੋਜ਼ਿਟਿਵ ਕੀਤੀ ਹੋਵੇ। ਨਹੀਂ ਜੀ, ਹਰ ਗੱਲ ਉੱਤੇ ਤਨਕੀਦ, ਹਰ ਗੱਲ ਉੱਤੇ ਤਨਕੀਦ, ਤਨਕੀਦ ਉੱਤੇ ਤਨਕੀਦ। ਕਮਾਲ ਹੈ ਜਨਾਬ। ਉਹ ਸਾਡੇ ਹਾਲ ਤੇ ਅਲਹਮਦੁਲਿਲਾ ਬਿਹਤਰੀ ਆ ਰਹੀ ਹੈ। ਆਪਸ ਵਿੱਚ ਇੱਕ ਦੂਜੇ ਨੂੰ ਮਾਰ ਰਹੇ ਨੇ, ਸਾਡੀ ਜਾਨ ਛੁੱਟੀ ਹੋਈ ਹੈ। ਉਹ ਮੁਸਲਿਮ ਫੋਬੀਆ ਜਿਹੜਾ ਹੈ ਸੀ ਉਹਦੇ ਕੋਲੋਂ ਅਲਹਮਦੁਲਿਲਾ, ਚਾਹੇ ਟੈਂਪਰੇਰੀਲੀ ਹੋਵੇ ਚਾਹੇ ਪਰਮਾਨੈਂਟਲੀ ਹੋਵੇ, ਫॉर द टाइम बीइंग ਅਲਹਮਦੁਲਿਲਾ ਸਾਡੀ ਜਾਨ ਛੁੱਟੀ ਹੋਈ ਹੈ। ਇਹਦੀ ਤਾਰੀਫ ਕਰਨੀ ਬਣਦੀ ਹੈ ਜਨਾਬ। ਔਰ ਜਨਾਬ ਮੁਸਲਮਾਨਾਂ ਦੀ ਜਾਨ ਛੁੱਟੀ ਹੋਈ ਹੈ ਅਲਹਮਦੁਲਿਲਾ। ਇਰਾਕ ਜਿਹੜਾ ਹੈ ਉਹ ਅਮਨ ਵਿੱਚ ਬਿਹਤਰ ਹੈ ਪਹਿਲੇ ਨਾਲੋਂ। ਅੱਲਾਹ ਕੀਤਾ ਅਲਹਮਦੁਲਿਲਾ, ਸਾਡੀ ਜਾਨ ਛੁੱਟ ਗਈ। अल्लाह करे जनाब छुट्टी रहे, चाहे वक्ती तौर पे छुट्टी हुई है चाहे लंबे अरसे वास्ते छुट्टी हुई है, लेकिन फॉर द टाइम बीइंग अल्हम्दुलिल्लाह साड़ी जान छुट्टी हुई है। ते अल्लाह करे जनाब छुट्टी ही रहे। ते डोनाल्ड साहब हुणां दा मूंह ते इदां दे असूरां दा मूंह अल्लाह पाक करे कि दूजे पासे भी मुड़िया रहे जनाब। साड़ी ते साडे लोकां दी जान छुट्टी रहे, साड़ी ते होई दुआ है। बाकी बर्फबारी देख के साडा भी दिल खुश हो गया, ते तुसीं भी अपना दिल खुश करो जनाब। जी फिर बस इंशाल्लाह। खुदा हाफिज़, अस्सलाम वालेकुम, पाकिस्तान जिंदाबाद।